ਵੋਟਾਂ ਦੇ ਦਿਨ ਆ ਚੁੱਕੇ ਆ। ਆਪਾਂ ਦੇਖਦੇ ਹਾਂ ਲੀਡਰਾਂ ਦੇ ਵੱਲੋਂ ਅਲੱਗ-ਅਲੱਗ ਪਾਰਟੀਆਂ ਵੱਲੋਂ ਬੜੇ ਸਾਨੂੰ ਸੁੱਖ ਸਹੂਲਤਾਂ, ਬੜੀਆਂ ਸਾਨੂੰ ਤਰ੍ਹਾਂ ਤਰ੍ਹਾਂ ਦੇ ਪੈਕੇਜ ਸਭ ਵਿਭਾਗ ਦਿਖਾਏ ਜਾਂਦੇ ਆ। ਗੱਲੀ ਬਾਤੀ ਮਿਲਣਾ ਨਹੀਂ ਕੁਛ, ਸਿਰਫ ਗੱਲੀ ਬਾਤੀ ਹੀ ਬਹੁਤ ਕੁਝ ਦਿਖਾਇਆ ਜਾਂਦਾ। ਉਹਨੂੰ ਆਪਾਂ ਭਰਮਾਉਣਾ ਵੀ ਕਹਿ ਸਕਦੇ ਹਾਂ ਵੀ ਆਪਾਂ ਕੋਈ ਲਾਲਚ ਦੇ ਕੇ ਆਪਾਂ ਭਰਮਾਉਂਦੇ ਹਾਂ ਕਿਸੇ ਚੀਜ਼ ਨੂੰ। ਕਿਸੇ ਇਨਸਾਨ ਨੂੰ ਕੋਈ ਲਾਲਚ ਦੇ ਕੇ ਆਪਾਂ ਕੋਈ ਕੰਮ ਕਰਵਾ ਲਈਏ ਜਾਂ ਕਿਸੇ ਲਾਲਚ ਦੇ ਵਸ ਹੋ ਕੇ ਆਪਾਂ ਕੁਝ ਵੀ ਕੰਮ ਕਰਦੇ ਵੀ ਹਾਂ। ਸੇਮ ਲੀਡਰ ਜਿਵੇਂ ਸਾਨੂੰ 5 ਸਾਲ ਬਾਅਦ ਯਾਦ ਕਰਦੇ ਆ, ਪਰ ਜਿਹੜੇ ਆਪਣੇ ਧਰਮ ਦੇ ਠੇਕੇਦਾਰ ਆ ਸਾਡੇ ਸੰਤ ਨੇ, ਵੈਸੇ ਸੰਤ ਨਹੀਂ ਕਹਿਣਾ ਚਾਹੀਦਾ ਕਿਉਂਕਿ ਸੰਤ ਜਿਹੜੀ ਅਵਸਥਾ ਹੈ ਉਹ ਬਹੁਤ ਉੱਚੀ ਆ। ਗੁਰਬਾਣੀ ਦੇ ਵਿੱਚ ਬਹੁਤ ਮਾਨਤਾ ਹੈ ਇਸ ਪਦਵੀ ਨੂੰ, ਇਸ ਅਵਸਥਾ ਨੂੰ। ਪਦਵੀ ਮੈਂ ਤਾਂ ਕਿਹਾ ਕਿਉਂਕਿ ਇਹ ਅਵਸਥਾ ਜਦੋਂ ਆ ਜਾਂਦੀ ਆ ਤਾਂ ਇੱਕ ਪਦਵੀ ਬਣ ਜਾਂਦੀ ਆ। ਸੋ ਇੱਕ ਆਮ ਇਨਸਾਨ ਤੋਂ ਉਹ ਸੰਤ ਬਣ ਜਾਂਦਾ। ਸੰਤ ਇੱਕ ਪਦਵੀ ਬਣ ਜਾਂਦੀ ਆ, ਪਰ ਸੰਤ ਕੋਈ ਭੇਖ ਦਾ ਨਾਂ ਨਹੀਂ। ਸੰਤ ਕਿਸੇ ਭੇਖ ਦਾ ਨਾਂ ਨਹੀਂ। ਇਹ ਹੁਣ ਕਲੀਅਰ ਕਰ ਦੇਵਾਂ, ਕਿਤੇ ਉਹੀ ਗੱਲ ਨਾ ਕਰਿਓ ਵੀ ਚਿੱਟੇ ਚੋਲੇ ਤੇ ਚਿੱਟੀਆਂ ਗੋਲ ਪੱਗਾਂ ਬੰਨ੍ਹ ਕਿਤੇ ਸੰਤ ਬਣ ਗਏ। ਸੰਤ ਕਿਸੇ ਭੇਖ ਦਾ ਨਾਂ ਨਹੀਂ ਹੈਗਾ। ਸੋ ਆਪਾਂ ਗੱਲ ਕਰਦੇ ਹਾਂ, ਵੀਡੀਓ ਬੜੀ ਲੰਬੀ ਨਹੀਂ ਲੈ ਕੇ ਜਾਣੀ, ਛੋਟੀ ਉਹ ਰੱਖਣੀ ਆ। ਜਿਸ ਤਰ੍ਹਾਂ ਵੋਟਾਂ ਦੇ ਕਰਕੇ ਲੀਡਰਾਂ ਨੂੰ 5 ਸਾਲ ਬਾਅਦ ਸਾਡਾ ਚੇਤਾ ਆ ਜਾਂਦਾ, ਉਸੇ ਤਰ੍ਹਾਂ ਜਿਹੜੇ ਬਾਬੇ ਆ, ਜਿਹੜੇ ਕਿ ਸਿਰਫ ਨਾਮ ਦੇ ਬਾਬੇ ਆ, ਭੇਖੀ ਆ, ਉਹਨਾਂ ਨੂੰ ਸਾਡਾ ਚੇਤਾ ਇਦਾਂ ਹੀ ਭਰਮਾਉਣ ਦਾ ਕਾਰਨ ਇਹ ਸਾਨੂੰ ਰੋਜ਼ ਚੇਤੇ ਕਰਦੇ ਆ। ਹੁਣ ਆਪਾਂ ਕਹੀ ਵੀ ਬਾਬੇ ਸਾਨੂੰ ਰੋਜ਼ ਚੇਤੇ ਕਰਦੇ ਆ ਤਾਂ ਬੜੀ ਚੰਗੀ ਗੱਲ ਹੈ, ਪਰ ਚੇਤੇ ਕਿਉਂ ਕਰਦੇ ਆ? ਉਹ ਸਿਰਫ ਭਰਮਾਉਣ ਦੀ ਖਾਤਰ। ਲੀਡਰਾਂ ਨੂੰ 5 ਸਾਲ ਬਾਅਦ ਚੇਤਾ ਹੁੰਦਾ ਤੇ ਬਾਬਿਆਂ ਨੂੰ ਰੋਜ਼ ਚੇਤਾ ਹੁੰਦਾ। ਉਹਨਾਂ ਦਾ ਵੀ ਮਨੋਰਥ ਸੇਮ ਆ ਤੇ ਦੋਨਾਂ ਦਾ ਮਨੋਰਥ ਤਕਰੀਬਨ ਸੇਮ ਜਾਈ ਆ। ਉਹ ਵੀ ਭਰਮਾਉਂਦੇ ਆ ਤੇ ਇਹ ਵੀ ਬੜਾ ਭਰਮਾਉਂਦੇ ਆ। ਲੀਡਰ ਜੋ ਸਾਡੀਆਂ ਆਪਾਂ ਕਹਿ ਸਕਦੇ ਆ ਉਹਨੂੰ ਹੱਕ, ਆਪਣੇ ਜਿਹੜੇ ਆਪਣੇ ਹੱਕ ਆ, ਉਹ ਸਿਆਸੀ ਪਾਰਟੀਆਂ ਸਾਨੂੰ ਭੀਖ ਦੇ ਤੌਰ ਤੇ ਦਿੰਦੀਆਂ। ਉਹੀ ਸੇਮ ਧਰਮ ਦੇ ਵਿਸ਼ੇ ਦੇ ਵਿੱਚ ਆ, ਜੋ ਹੋਣੀ ਆ, ਜੋ ਸਾਡੇ ਕਰਮ ਆ, ਜੋ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਆ, ਜੋ ਉਸ ਅਕਾਲ ਪੁਰਖ ਨਿਰੰਕਾਰ ਨੇ ਦੇਣਾ, ਉਹ ਦਿੰਦਾ ਅਕਾਲ ਪੁਰਖ ਆ। ਬਾਬਾ ਨਾਨਕ ਸਿੰਘ ਜੀ ਦਾ ਫਰਮਾਨ ਸੀ, ਜੰਮਣਾ ਮਰਨਾ, ਮੁੰਡਾ ਕੁੜੀ, ਸੁੱਖ ਦੁੱਖ, ਇਹ ਸਭ ਨਿਰੰਕਾਰ ਦੇ ਹੱਥ ਵਸ ਹੈ। ਇਹ ਬੰਦਾ ਕੁਝ ਨਹੀਂ ਕਰ ਸਕਦਾ। ਇਹ ਭੇਖੀ ਜਿਹੜੇ ਸੰਤ ਮਹਾਤਮਾ ਹੈਗੇ ਆ, ਇਹ ਗੱਲਾਂ ਬਾਤੀਆਂ ਵੀ ਸਾਨੂੰ ਬੜਾ ਕੁਝ ਤਾਰੇ ਦਿਖਾ ਦਿੰਦੇ। ਇਹਦਾ ਨਹੀਂ ਐ ਹੋ ਜਾਊਗਾ ਫਲਾਣਾ, ਫਿਰ ਨੋਟਾਂ ਦੀ ਗੁੱਟੀ ਫਿਰ ਗੀਜੇ 'ਚ ਪੈਂਦੀ ਆ, ਫਿਰ ਬੜਾ ਹੀ ਆਸ਼ੀਰਵਾਦ ਨਿਕਲਦੇ ਆ, ਪਾਰਟੀ ਫੰਡ। ਚਲੋ ਜੋ ਹੱਕ ਸਾਡੇ ਉਹ ਸਾਨੂੰ ਭੀਖ ਦੇ ਤੌਰ ਤੇ ਇੱਕ ਸਿਆਸੀ ਪਾਰਟੀ ਦਿੰਦੀਆਂ ਨੇ, ਹੁੰਦੇ ਸਾਡੇ ਹੱਕ ਹੀ ਆ। ਤੇ ਉਸ ਹਿਸਾਬ ਨਾਲ ਹੀ ਜੋ ਨਿਰੰਕਾਰ ਨੇ ਸਾਡੇ ਲਈ ਰੱਖਿਆ ਵਾ ਕੋਟਾ, ਉਹ ਦਿੰਦਾ ਨਿਰੰਕਾਰ ਆ, ਕ੍ਰੈਡਿਟ ਕੋਈ ਹੋਰ ਲੈ ਜਾਂਦਾ। ਉਹ ਵੀ ਸਾਨੂੰ ਇੱਕ ਭੀਖ ਦੇ ਤੌਰ ਤੇ ਦਿੱਤਾ ਜਾਂਦਾ। ਪਾਠ ਕਰਾਓ ਜੀ, ਫਲਾਣਾ ਕਰੋ ਜੀ, ਐਸਾ ਕਰੋ ਜੀ, ਮਤਲਬ ਸਾਨੂੰ ਦਿਓ ਕੁਛ ਨਾ ਕੁਛ। ਐ ਨਹੀਂ, ਗੱਲੀ ਬਾਤੀ ਨਹੀਂ। ਜੇ ਕੋਈ ਮੇਰੇ ਵਰਗਾ ਪਰਮਾਰਥ ਦਾ ਰਾਹ ਪੁੱਛਦਾ ਕਿਸੇ ਕੋਲ ਵੀ ਪਰਮਾਰਥ ਕੀ ਆ, ਗੁਰੂ ਨਾਨਕ ਮਿਲਣਾ ਆ, ਗੁਰੂ ਦਾ ਘਰ ਕਿੱਥੇ ਆ, ਕਿਹਨੂੰ ਕਿਹਾ ਜਾਂਦਾ, ਕੀ ਅਵਸਥਾ ਹੁੰਦੀ ਆ, ਉਹ ਬੰਦਾ ਹੀ ਰੱਬ ਹੈ ਜਾਂ ਕੋਈ ਦੂਸਰੀ ਸ਼ਕਤੀ ਹੀ ਰੱਬ ਹੈ ਜਾਂ ਕੀ ਆ, ਉੱਥੇ ਫਿਰ ਬੋਲਤੀ ਬੰਦ ਹੋ ਜਾਂਦੀ ਹੈ। ਕਹਿੰਦੇ ਪਾਠ ਕਰੋ ਬਸ। ਬਾਬਾ ਨਾਨਕ ਸਿੰਘ ਜੀ ਨੇ ਅਰਦਾਸ ਬਣਾਈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। 73 ਸਾਲ ਦੀ ਉਮਰ ਵਿੱਚ ਤੇਰੇ ਭਾਣੇ ਸਰਬੱਤ ਦਾ ਭਲਾ, ਇਸ ਨੂੰ ਮੰਨਿਆ ਤੇ ਵਰਤਿਆ। ਪਰ ਬੇੜਾ ਗਰਕ ਹੋਵੇ ਇਹਨਾਂ ਦੇ ਅੱਜ ਕੱਲ੍ਹ ਦੇ ਜਿਹੜੇ ਮਾਡਰਨ ਬਾਬੇ ਆ, ਜਿਨ੍ਹਾਂ ਨੇ ਨਾਨਕਸਰ ਦਾ ਨਾਮ, ਬਾਬਾ ਨਾਨਕ ਸਿੰਘ ਜੀ ਦਾ ਨਾਮ ਡੋਬ ਕੇ ਰੱਖਤਾ। ਉਹਨਾਂ ਦਾ ਇੰਨੇ ਸਾਲਾਂ ਦਾ ਤਪ ਕੀਤਾ ਹੋਇਆ, ਇੰਨੇ ਸਾਲਾਂ ਦੀ ਮਿਹਨਤ ਜਿਹੜੀ ਕਿ ਸੰਤ ਈਸਰ ਸਿੰਘ ਜੀ ਨੇ ਬਾਖੂਬੀ ਨਿਭਾਈ ਆ,
अंतिम सवासां तक निभाई आ, कोई शक नहीं। बाबा नानक सिंह जी की मर्यादा ਨੂੰ ਹੋਰ ਪ੍ਰਫੁੱਲਿਤ ਕੀਤਾ, ਦੇਸ਼ਾਂ ਵਿਦੇਸ਼ਾਂ 'ਚ ਪ੍ਰਚਾਰਿਆ। ਬਾਬਾ ਨਾਨਕ ਸਿੰਘ ਜੀ ਦਾ ਨਾਮ, ਆਪਣੇ ਗੁਰੂ ਦਾ ਨਾਮ ਬਹੁਤ ਉਚਾਈ ਤੇ ਲੈ ਕੇ ਗਏ। ਤੇ ਆਪਾਂ ਜੇ ਦੇਖੀਏ ਵੀ ਇਹ ਕਹਿ ਦਿੰਦੇ ਆ ਵੀ ਸੁੱਖ ਸ਼ਾਂਤੀਆਂ। ਅੱਜ ਸਵੇਰੇ ਵੀ ਸੰਗਰਾਂਦ ਦੇ ਦਿਨ ਸਵੇਰੇ 12 ਮਾਹ ਤੋਂ ਬਾਅਦ ਅਰਦਾਸ ਸ਼ੇਰਪੁਰੇ ਵਿਖੇ ਇੱਕ ਸਿੰਘ ਨੇ ਕੀਤੀ, ਸਾਡੇ ਰਾਗੀ ਸਿੰਘ ਹੀ ਆ। ਉਹ ਆਦਤ ਬੜੀ ਹੁੰਦੀ ਆ, ਫੱਗਣ ਦਾ ਮਹੀਨਾ ਚੜਿਆ ਹੈ ਜੀ, ਸੁੱਖ ਸ਼ਾਂਤੀਆਂ ਨਾਲ ਬਤੀਤ ਕਰਾਉਣਾ, ਫਲਾਣਾ ਮੁਕਾਣਾ, ਬਹੁਤ ਕੁਝ ਕਿਹਾ। ਕਾਰੋਬਾਰਾਂ 'ਚ ਵਾਧਾ ਕਰਨਾ। ਸੋ ਪਹਿਲੀ ਆਪਾਂ ਗੱਲ ਸੁੱਖ ਸ਼ਾਂਤੀ ਦੀ ਕਰ ਲਈਏ। ਸੁੱਖ ਸ਼ਾਂਤੀ ਮੰਗਣੀ, ਕਿਸੇ ਬੰਦੇ ਦੇ ਥਰੂ ਮੰਗਣੀ, ਇਹ ਇੱਕ ਭਰਮਾਉਣਾ, ਸਿਰਫ ਇੱਕ ਬ੍ਰਾਹਮਣਵਾਦ ਆ। ਸੁੱਖ ਸ਼ਾਂਤੀ ਮੰਗਣ ਦੇ ਨਾਲ ਸੁੱਖ ਸ਼ਾਂਤੀ ਨਹੀਂ ਮਿਲਿਆ ਕਰਦੀ। ਰੱਬ ਕੋਲੋਂ ਦਾਤਾ ਮੰਗਾਂਗੇ ਤਾਂ ਦਾਤਾ ਦੂਰ ਹੋ ਜਾਊਗਾ। ਸੂਰਜ ਵੱਲ ਮੂੰਹ ਕਰਦੇ ਆ, ਪਰਛਾਵਾਂ ਸਾਡੇ ਪਿੱਛੇ ਪਿੱਛੇ ਹੁੰਦਾ, ਦਾਤਾ ਸਾਡੇ ਮਗਰ ਮਗਰ ਹੁੰਦੀਆਂ। ਅਗਰ ਸੂਰਜ ਵੱਲ ਪਿੱਠ ਕਰਦੇ ਆ ਤਾਂ ਦਾਤਾ ਸਾਡੇ ਅੱਗੇ ਅੱਗੇ ਭਜਦੀਆਂ, ਪਰਛਾਵਾਂ ਅੱਗੇ ਹੋ ਜਾਂਦਾ। ਇਹ ਗੁਰੂ ਨਾਨਕ ਨੇ ਤਾਂ ਬਹੁਤ ਕੁਝ ਦੇਣਾ ਸਾਨੂੰ, ਪਰ ਸਾਡੇ ਕੋਲ ਸਬਰ ਨਹੀਂ ਹੈ। ਸਾਨੂੰ ਸਾਰਾ ਕੁਝ ਜਲਦੀ ਜਲਦੀ ਚਾਹੀਦਾ। ਫਿਰ ਅਸੀਂ ਪੈਸੇ ਭਰਦੇ ਹਾਂ, ਪਾਠ ਕਰਵਾਉਂਦੇ ਹਾਂ, ਬਹੁਤ ਕੁਝ ਕਰਦੇ ਹਾਂ। ਇਹ ਬਾਬਿਆਂ ਦੇ ਢਿੱਡ ਵੱਡੇ ਕਰਦੇ ਆ, ਕੋਈ ਫਾਇਦਾ ਨਹੀਂ ਇਸ ਚੀਜ਼ ਦਾ। ਸੋ ਸੁੱਖ ਸ਼ਾਂਤੀਆਂ ਮੰਗਣ ਨਾਲੋਂ ਜੇ ਆਪਾਂ ਗੁਰੂ ਨਾਨਕ ਕੋਲੋਂ ਗੁਰੂ ਨਾਨਕ ਨੂੰ ਹੀ ਮੰਗ ਲਈਏ ਤਾਂ ਬਹੁਤ ਚੰਗੀ ਗੱਲ ਹੈ। ਸੁੱਖ ਸ਼ਾਂਤੀ ਇੱਕ ਭਰਮਾਉਣਾ। ਕੀ ਗੁਰੂ ਨਾਨਕ ਸਾਹਿਬ ਸਾਡੇ ਦੁਖੀ ਆ? ਕੀ ਗੁਰੂ ਨਾਨਕ ਸਾਹਿਬ ਸਾਡੇ ਦੁਖੀ ਨੇ? ਕੀ ਉਹ ਅਕਾਲ ਪੁਰਖ ਨਿਰੰਕਾਰ ਸਾਡਾ ਦੁਖੀ ਆ, ਜਿਹੜਾ ਸਾਡਾ ਮਾੜਾ ਸੋਚੂਗਾ, ਜਿਹੜਾ ਸਾਨੂੰ ਕੁਝ ਮੰਗਣਾ ਪਵੇ? ਇਹ ਚੀਜ਼ਾਂ ਦੀ ਨੌਬਤ ਜੇ ਆਪਣੀ ਤੇ ਆ ਗਈ, ਉਹ ਮੰਗ ਕੇ ਹੀ ਮਿਲਦਾ, ਫਿਰ ਤਾਂ ਬਹੁਤ ਮਾੜੀ ਗੱਲ ਹੈ ਜੀ। ਤੇ ਨੰਬਰ 2 ਤੇ ਗੱਲ ਰਹੀ ਕਾਰੋਬਾਰਾਂ 'ਚ ਵਾਧਾ। ਇਹ ਅਰਦਾਸ ਦਾ ਜ਼ਿਕਰ ਕਰ ਰਿਹਾ ਮੈਂ। ਕਾਰੋਬਾਰ ਦੇ ਵਿੱਚ ਵਾਧਾ। ਹੁਣ ਕਈ 2 ਨੰਬਰ ਦਾ ਕੰਮ ਵੀ ਕਰਦੇ ਆ, ਉਹਨਾਂ ਦੇ 2 ਨੰਬਰ ਦੇ ਕਾਰੋਬਾਰ ਬੜੇ ਚੱਲਦੇ ਆ। ਹੁਣ ਉਹਨਾਂ ਦੀ ਅਰਦਾਸ ਇਹ ਕਰੀਏ ਵੀ ਕਾਰੋਬਾਰ 'ਚ ਵਾਧਾ ਕਰਿਓ, ਫਿਰ ਗੱਲ ਕਿੱਧਰ ਨੂੰ ਗਈ? ਜ਼ਰੂਰੀ ਤਾਂ ਨਹੀਂ ਸਾਰੇ ਕਿਰਤ ਕਮਾਈ ਵਾਲੀ ਆ, 10 9 ਦੀ ਕਿਰਤ ਖਾਂਦੇ ਆ। 2 ਨੰਬਰ ਇਹ ਵੀ ਹੈਗੇ ਆ, ਬਹੁਤਾਤ ਵਿੱਚ ਆ। ਇਹ ਜਿਹੜਾ ਭ੍ਰਿਸ਼ਟਾਚਾਰ ਆ ਨਾ, ਇਹ ਗੁਰੂ ਘਰਾਂ ਦੇ ਵਿੱਚ ਹੀ ਸਾਰਿਆਂ ਨਾਲੋਂ ਵੱਧ ਆ। ਬਾਹਰੋਂ ਤਾਂ ਬਹੁਤ ਬਾਅਦ ਦੀ ਗੱਲ ਆ, ਪਹਿਲਾਂ ਗੁਰੂ ਘਰਾਂ ਦੇ ਵਿੱਚੋਂ, ਜਿੱਥੋਂ ਸਾਡਾ ਕਿ ਧਰਮ ਦਾ ਕੇਂਦਰ ਆ, ਪ੍ਰਚਾਰਕ ਬੈਠੇ ਪ੍ਰਚਾਰ ਕਰਦੇ, ਸਾਨੂੰ ਧਰਮ ਦੇ ਨਾਲ ਜੋੜਦੇ ਆ, ਸਾਨੂੰ ਸਿੱਖਿਆ ਦਿੰਦੇ ਆ, ਉਹ ਖੁਦ ਭ੍ਰਿਸ਼ਟਾਚਾਰਕ ਆ। ਗੁਰੂ ਘਰਾਂ ਦੇ ਵਿੱਚ ਸਭ ਤੋਂ ਵੱਧ ਭ੍ਰਿਸ਼ਟਾਚਾਰ ਆ। ਜਿਸ ਤਰ੍ਹਾਂ ਸਰਕਾਰੀ ਦਫ਼ਤਰਾਂ 'ਚ ਪੈਸੇ ਲਏ ਬਗੈਰ ਕੰਮ ਨਹੀਂ ਕੀਤਾ ਜਾਂਦਾ, ਬਹੁਤਿਆਂ ਦਫ਼ਤਰਾਂ ਵਿੱਚ, ਸਾਰੇ ਨਹੀਂ, ਕੁਛ ਆਪਣੀ ਜ਼ਮੀਰ ਤੇ ਇਮਾਨ ਤੇ ਖੜੇ ਵੀ ਨੇ ਅਫਸਰ ਵਿੱਚ ਹੈਗੇ ਆ, ਪੜ੍ਹੇ ਲਿਖੇ ਆ। ਉਹਨਾਂ ਦੀ ਸੋਚ ਪੜ੍ਹੀ ਲਿਖੀ ਆ, ਅਨਪੜ੍ਹ ਸੋਚ ਤੇ ਪੜ੍ਹੀ ਲਿਖੀ ਸੋਚ 'ਚ ਫਰਕ ਆ। ਉਹਦਾ ਕਿਤਾਬੀ ਪੜ੍ਹਨਾ ਤੇ ਸੋਚ ਪੜ੍ਹੇ ਲਿਖੇ ਵਾਲੀ ਫਰਕ ਬਹੁਤ ਆ। ਸੋ ਆਪਾਂ ਗੱਲ ਕਰ ਰਹੇ ਸੀ ਕਾਰੋਬਾਰ 'ਚ ਵਾਧਾ। ਇੱਕ ਫੈਮਿਲੀ ਸੀ, ਉਹਨਾਂ ਨੇ ਕਿਸੇ ਬਾਬੇ ਦੇ ਕੋਲੇ ਜਾ ਕੇ ਪਾਠ ਕਰਾਇਆ। ਕਹਿੰਦੇ ਜੀ ਪਾਠ ਕਰਾਉਣਾ, ਤੇ ਕਹਿੰਦੇ ਕੋਈ ਚੱਕਰ ਨਹੀਂ, ਸਾਡਾ ਗੁਰੂ ਤਾਂ ਵਿਕਾਊ ਆ, ਸਾਡਾ ਗੁਰੂ ਵਿਕ ਜਾਂਦਾ, ਬਹੁਤ ਜਲਦੀ ਵਿਕ ਜਾਂਦਾ। ਗੁਰੂ ਗ੍ਰੰਥ ਸਾਹਿਬ ਬਹੁਤ ਜਲਦੀ ਵਿਕ ਜਾਂਦਾ। ਇਹ ਬਾਬਿਆਂ ਦਾ ਕਹਿਣਾ, ਮੇਰਾ ਕਹਿਣਾ ਨਹੀਂ। ਇਹ ਸਾਡਾ ਗੁਰੂ ਗ੍ਰੰਥ ਸਾਹਿਬ ਬਹੁਤ ਜਲਦੀ ਵਿਕਦਾ ਵਾ, ਤੇ ਆਪਾਂ ਕੋਈ ਚੱਕਰ ਨਹੀਂ, ਬੋਲੀ ਲਾ ਦਿੰਦੇ ਆ। ਕਿੰਨੀ ਕੁ ਸੇਵਾ ਕਰਨ ਵਾਲੇ ਫਿਰ ਉਹ ਹਿਸਾਬ ਲਾਉਂਦੇ ਆ, ਕਹਿੰਦੇ ਨਹੀਂ। ਉਹ ਗੱਡੀ ਦੇਖ ਲੈਂਦੇ ਆ, ਪਹਿਰਾਵਾ ਦੇ ਲੈਂਦੇ ਆ, ਸੋਨਾ ਸਾਨਾ ਪਾਏ ਤੇ ਕਰ ਲੈਂਦੇ ਆ। ਜਿਹੜਾ ਜਰਾ ਠੀਕ ਠਾਕ ਜਾਈਏ ਚਲੋ, ਉਹਨੂੰ ਤਾਂ ਫਿਰ ਕਹਿ ਦਿੰਦੇ 11,000 ਦੇ ਦਿਓ ਜੀ। ਫਿਰ ਜਿਹਦੇ ਸੋਨਾ ਸਾਨਾ ਚੰਗਾ ਪਾਇਆ, ਉਹਨੇ ਗੱਡੀ ਚੰਗੀ 'ਚ ਉਤਰਦਾ, ਫਿਰ ਉਹਨੂੰ 21 51 ਲੱਖ ਬਥੇਰਾ ਕੁਛ ਕਹਿ ਦਿੰਦੇ ਆ, ਕਹਿਣ ਦੀਆਂ ਗੱਲਾਂ। ਸੋ ਫਿਰ ਕੀ ਬਣਿਆ? ਉਹ ਕਹਿੰਦੇ ਵੀ ਅਸੀਂ ਅਰਦਾਸ ਕਰਾਉਣੀ ਆ ਵੀ ਕਾਰੋਬਾਰ 'ਚ ਵਾਧੇ ਲਈ। ਚਲੋ ਬਾਬਾ ਜੀ ਕਹਿੰਦੇ 7 ਵਚਨ ਜੀ, ਨਜ਼ਾਰਾ ਲਿਆ ਦੇਣਗੇ, ਗੱਲ ਕਿਹੜੀ ਆ, ਉਲੂ ਕਰਾ ਦੇਣਗੇ। ਜਿਵੇਂ ਅੱਜ ਕੱਲ੍ਹ ਬੜੀ ਇੱਕ ਵੀਡੀਓ ਮਸ਼ਹੂਰ ਹੋਈ ਆ। ਤੇ ਉਹ ਅਸਲ ਵਿੱਚ ਉਹਨਾਂ ਦਾ ਕਾਰੋਬਾਰ ਕੀ ਸੀ? ਉਹ ਫੀਮ ਵੇਚਦਾ ਸੀ। 2 ਨੰਬਰ ਦਾ ਕੰਮ ਸੀ। ਕਾਰੋਬਾਰ ਥੋੜਾ ਜਿਹਾ ਡਾਊਨ ਜਿਹਾ ਸੀ ਉਹਨਾਂ ਦਾ, ਮਤਲਬ
ਵਿਕਦੀ ਸੀ ਕੋਈ, ਮਤਲਬ ਜਿੱਦਾਂ ਦੇ ਕੋਈ ਕਈ ਵਾਰੀ ਮੁਲਾਜ਼ਮ ਵਗੈਰਾ ਲਾ ਲਓ ਵਿੱਚ ਹੁੰਦੇ ਆ ਰਲੇ ਹੋਏ, ਉਹ ਪੈਸੇ ਪੂਸੇ ਜ਼ਿਆਦਾ ਮੰਗਦੇ ਸੀ, ਉਹਦਾ ਕਾਰੋਬਾਰ ਘੱਟ ਚੱਲਦਾ ਸੀ। ਤੇ ਬਾਬਿਆਂ ਨੇ ਪਾਠ ਕਰਤਾ ਤੇ ਉਹਦੀ ਫੀਮ ਵੱਧ ਵਿਕਣ ਲੱਗੀ। ਸੋ ਜਿਹੜਾ 1000 1200 2000 ਤੱਕ ਡੇਲੀ ਕਮਾਈ ਕਰਦਾ ਸੀ, ਉਹਦੀ ਕਮਾਈ 20 25 ਹਜ਼ਾਰ ਤੱਕ ਪਹੁੰਚ ਗਈ, 50 ਹਜ਼ਾਰ ਤੱਕ। ਮੈਨੂੰ ਵੈਸੇ ਆਈਡੀਆ ਨਹੀਂ ਹੈ, ਉਹ ਇੱਕ ਰਫਲੀ ਨੰਬਰ ਤੁਹਾਨੂੰ ਦੇ ਰਿਹਾ ਵੀ ਜਿਹਦੀ ਕਮਾਈ 2-2000 ਰੁਪਇਆ ਦਿਹਾੜੀ ਸੀ, ਉਹ ਫੀਮ ਵੇਚਣ ਵਾਲੇ ਦੀ। ਆਮ ਇਨਸਾਨ ਦੀ ਗੱਲ ਨਹੀਂ ਮੈਂ ਕਰ ਰਿਹਾ। ਕਿਰਤ ਕਮਾਈ 'ਚੋਂ 2000 ਰੁਪਇਆ ਡੇਲੀ ਦਾ ਬਹੁਤ ਵੱਡੀ ਗੱਲ ਹੈ। ਤੇ 2000 ਰੁਪਇਆ ਸੀਗੀ ਤੇ ਉਹ ਕਿੱਥੋਂ ਲੈ ਕੇ ਫਿਰ 50-60 ਹਜ਼ਾਰ ਰੁਪਇਆ ਤੇ ਲੈ ਗਿਆ। ਸੋ ਕਿਤੇ ਤਾਂ 5-10 ਸੀਗੇ ਜੁੜੇ ਹੋਏ, ਉਹਦੇ ਨਾਲ ਸੈਂਕੜਿਆਂ ਦੇ ਰੂਪ ਵਿੱਚ ਉਹਦੇ ਡੀਲਰ ਜੁੜ ਗਏ, ਫੀਮ ਵੱਧ ਵਿਕਣ ਲੱਗ ਗਈ। ਸੋ ਉਹ ਬੰਦਾ ਹੁਣ ਫਿਰ ਉਹ ਕਹਿੰਦਾ ਵੀ ਸਾਡੇ ਸੰਤ ਜੀ ਮਹਾਨ ਨੇ, ਮੇਰੇ ਕਾਰੋਬਾਰ 'ਚ ਵਾਧਾ ਕੀਤਾ, ਮੈਂ ਕਾਰੋਬਾਰ ਵਧਣ ਦੀ ਅਰਦਾਸ ਕਰ ਰਹੀ ਸੀ। ਹੁਣ ਸਾਨੂੰ ਕੀ ਪਤਾ ਕਿਸੇ ਦਾ ਕਾਰੋਬਾਰ ਕੀ ਆ, ਆਪਾਂ ਕਿਸੇ ਦੀ ਹਾਮੀ ਕਿਵੇਂ ਭਰ ਸਕਦੇ ਹਾਂ। ਇਹ ਜਿਹੜੇ ਬਾਬੇ ਨੇ ਇਹ ਨਿਰੰਕਾਰ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਸ਼ਰੀਕ ਬਣਦੇ ਨੇ, ਇਹ ਰੱਬ ਦੇ ਸ਼ਰੀਕ ਆ। ਇਹ ਰੱਬ ਨੂੰ ਢਾਬੀ ਦੱਸਦੇ ਨੇ ਵੀ ਰੱਬ ਕੀ ਚੀਜ਼ ਆ। ਅਸੀਂ ਤੁਹਾਨੂੰ ਕਲੇਮ ਕਰਦੇ ਹਾਂ, ਤੁਹਾਨੂੰ ਸਾਰਾ ਕੁਝ ਦੇ ਦੇਵਾਂਗੇ, ਪਾਠ ਕਰਾ ਦਿਓ ਬਸ, ਜੋ ਤੁਹਾਡੀ ਮਨੋਕਾਮਨਾ, ਜੋ ਤੁਹਾਡੀ ਮਨੋਕਾਮਨਾ। ਫਿਰ ਬਾਣੀ ਦਾ ਪ੍ਰਮਾਣ ਦਿੰਦੇ ਨਾ, ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸ ਕੰਮ ਤੇ। ਉਹ ਤਾਂ ਸਤਿਗੁਰੂ ਇੱਛਾ ਪੂਰਕ ਹੈ, ਸਭ ਦੀਆਂ ਇੱਛਾ, ਤੁਹਾਡੀ ਮਨੋਕਾਮਨਾਵਾਂ, ਜੋ ਵੀ ਤੁਹਾਡੀ ਮਨੋਕਾਮਨਾ, ਜੋ ਇੱਛਾ ਸਭ ਪੂਰਨ ਹੋਣਗੀਆਂ, ਹੁੰਦੀਆਂ ਨਹੀਂ। ਕਿਉਂ? ਕਿਉਂਕਿ ਹੋਣੀ ਨੇ, ਜਦੋਂ ਹੋਣਾ ਉਦੋਂ ਹੀ ਹੋਣਾ ਉਹਨੇ। ਇਹ ਚੀਜ਼ ਕਿਸੇ ਬੰਦੇ ਦੇ ਹੱਥ ਵਿੱਚ ਨਹੀਂ ਹੈ, ਇਹ ਚੀਜ਼ ਕਿਸੇ ਬੰਦੇ ਦੇ ਹੱਥ ਵਿੱਚ ਨਹੀਂ ਹੈ। ਸੋ ਇਹ ਰੱਬ ਦੇ ਸ਼ਰੀਕ ਆ, ਇਹ ਰੱਬ ਦੀ ਬਰਾਬਰੀ ਕਰਦੇ ਆ। ਜਿਹੜਾ ਕੋਈ ਇੱਕ ਨਿਸ਼ਾਨੀ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜਾ ਉਸ ਗੁਰੂ ਨਾਨਕ ਦਾ ਬੰਦਾ, ਉਸ ਅਕਾਲ ਪੁਰਖ ਦਾ ਬੰਦਾ, ਚਾਹੇ ਕਿਸੇ ਧਰਮ ਦਾ ਵਾ, ਕਿਸੇ ਫਿਰਕੇ ਦਾ ਵਾ, ਕਿਸੇ ਕੌਮ ਦੇ ਨਾਲ ਉਹ ਬਿਲੋਂਗ ਕਰਦਾ ਵਾ, ਕਿਉਂਕਿ ਜਿਵੇਂ ਜਿਵੇਂ ਕੌਮਾਂ ਦੀਆਂ ਫਿਰਕੇ ਵੱਧਦੇ ਗਏ, ਧਰਮ ਵੱਧਦੇ ਗਏ, ਬਣਦੇ ਗਏ, ਬਥੇਰਾ ਕੁਛ ਹੁੰਦਾ ਗਿਆ। ਚਲੋ ਆਪਾਂ ਜੋ ਨਾਮ ਅੱਜ ਕੱਲ੍ਹ ਲੈਂਦੇ ਉਹ ਧਰਮ ਕਹਿੰਦੇ ਆ, ਕੋਈ ਫਿਰਕਾ ਕਹਿੰਦਾ, ਕੋਈ ਧਰਮ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਕੌਮ ਕਹਿੰਦਾ, ਕੋਈ ਕੁਛ ਕਹਿੰਦਾ। ਚਲੋ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਬੋਧੀ, ਜੈਨੀ, ਜਿੰਨੇ ਵੀ ਹੈਗੇ ਆ, ਜਿਹੜੇ ਤਾਂ ਉਸ ਇੱਕ ਦੇ ਨਾਲ ਜੁੜੇ ਹੋਏ ਆ, ਉਸ ਇੱਕ ਦੇ ਨਾਲ ਹੀ ਜੋੜਦੇ ਆ, ਉਹ ਕਦੇ ਇਹ ਵਰ ਸ਼ਰਾਬ ਦੇ ਵਿੱਚ ਨਹੀਂ ਪੈਂਦੇ। ਬਾਬਾ ਨਾਨਕ ਸਿੰਘ ਜੀ ਕਹਿੰਦੇ ਸੀ, ਵਰ ਸ਼ਰਾਬ ਦੇਣ ਵਾਲਾ ਰੱਬ ਦਾ ਸ਼ਰੀਕ ਆ। ਜਿਹੜਾ ਸਾਧ ਵਰ ਜਾਂ ਸ਼ਰਾਬ ਦਿੰਦਾ ਵਾ, ਉਹ ਰੱਬ ਦਾ ਸ਼ਰੀਕ ਆ। ਇਹ ਬੜੇ ਫਰਾਤ ਉੱਥੇ ਐਂ ਕਰਦੇ ਨੇ, ਐਂ ਕਰਕੇ ਆਸ਼ੀਰਵਾਦ ਦਿੰਦੇ ਆ। ਦਾਹ ਦ੍ਰਿਸ਼ਟਾਂਤ ਬੜਾ ਡਾਇਲੋਗ ਮਸ਼ਹੂਰ ਹੋਇਆ ਸੀ, ਦਾਹ ਦ੍ਰਿਸ਼ਟਾਂਤ ਦਾ। ਇਹ ਰੱਬ ਦੇ ਸ਼ਰੀਕ ਆ। ਜੇ ਕਹਿੰਦੇ ਰੱਬ ਦਾ ਬਹੁਤ ਛੋਟੀ ਚੀਜ਼ ਆ, ਅਸੀਂ ਬਹੁਤ ਵੱਡੀ ਚੀਜ਼ ਆ, ਵੀ ਕਾਇਆ ਪਲਟ ਕੇ ਰੱਖ ਦੇਗੇ, ਬਸ ਪਾਠ ਕਰਾ ਦਿਓ। ਨਾਨਕ ਸਰ ਦੀ ਮਹਾਨਤਾ ਸੀ ਆਮ ਡੇਰਿਆਂ ਨਾਲੋਂ, ਆਮ ਗੁਰੂ ਘਰਾਂ ਨਾਲੋਂ ਕੀ, ਬੈਠੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੀਰ ਜੀਵਤ ਗੁਰੂ ਕਰਕੇ ਮੰਨਿਆ ਜਾਂਦਾ। ਸਾਡਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਸ਼ਾਦਾ ਛਕਦੇ ਨੇ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੁੱਪ ਸੇਕਦੇ ਨੇ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗਰਮੀ ਵੀ ਲੱਗਦੀ ਆ, ਠੰਡ ਵੀ ਲੱਗਦੀ ਆ, ਮੌਸਮੀ ਰੁਮਾਲੇ ਵੀ ਬਦਲੇ ਜਾਂਦੇ ਨੇ, ਬਕਾਇਦਾ ਪਲਕਾਂ ਆਮ ਗੁਰੂ ਘਰਾਂ ਦੇ ਵਿੱਚ ਸਿੰਗਲ ਹੁੰਦੀਆਂ, ਇੱਥੇ ਨਾਨਕ ਸਾਹਿਬ ਦੀ ਮਹਾਰਾਜ ਦੇ ਵਿੱਚ ਡਬਲ ਪਲਕਾਂ। ਜਿਸ ਤਰ੍ਹਾਂ ਆਪਣੀਆਂ ਦੋ ਪਲਕਾਂ ਨਾ, ਇੱਕ ਥੱਲੇ ਆ ਇੱਕ ਉੱਪਰ ਆ, ਇਹਨਾਂ ਨੂੰ ਤਾਂ ਪਲਕਾਂ ਨਹੀਂ ਪਤਾ। ਇਹਨਾਂ ਨੂੰ ਤਾਂ ਪਹਿਲੀ ਗੱਲ ਆ, ਬਥੇਰਾ ਮੈਂ ਲਾਈਵ ਚੈੱਕ ਕਰਦਾ ਹੁੰਦਾ, ਇਹਨਾਂ ਨੂੰ ਤਾਂ ਹਾਰ ਦੇਣਾ ਨਹੀਂ ਆਉਂਦਾ। ਵੀ ਹਾਰ ਜਿਹੜਾ ਆਪਾਂ ਦਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ, ਹਾਰ ਆਪਾਂ ਦਿੰਦੇ ਹਾਂ, ਜਦੋਂ ਆਪਾਂ ਕੋਈ ਵਿਅਕਤੀ ਖੜਾ ਵਾ, ਉਹਦੇ ਹਾਲ ਆਪਾਂ ਅੱਖਾਂ ਤੇ ਰੱਖਦੇ ਆ ਕਿ ਮੋਢਿਆਂ ਤੇ ਰੱਖਦੇ ਹਾਂ। ਉਹਦੇ ਇੱਥੋਂ ਨਹੀਂ ਪਾ ਕੇ ਅਗਰ ਮੋਢਿਆਂ ਤੇ ਹਾਰ ਰੱਖਾਂਗੇ ਫੇਰ ਹੀ ਹਾਰ ਬਣਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਤੇ ਹਾਰ ਨੇਤਰਾਂ ਦੇ ਉੱਪਰ ਹੁੰਦਾ। ਫਿਰ ਕਹਿੰਦੇ ਸਾਡਾ ਗੁਰੂ ਜੀਵਤ ਗੁਰੂ ਹੈ। ਜੀਵਤ ਹੈ ਪਰ ਅਸੀਂ ਜੀਵਤ ਮੰਨਦੇ ਨਹੀਂ। ਹਾਰ ਹਮੇਸ਼ਾ ਖੋਲ ਕੇ ਲੱਗਦਾ। ਜਿੱਥੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਵਾ ਨਾ, ਉਹਦੇ ਹਾਰ ਉੱਪਰ ਦੀ ਲੱਗਦਾ। 15-16 ਹਾਰ ਇਹ ਨਹੀਂ ਵੀ ਉੱਪਰ ਰੱਖ ਕੇ ਅੱਖਾਂ ਸਾਰਾ ਮੂੰਹ ਭਰ ਦਿਓ,
तो फिर कहणगे जीवत गुरु है जी साडा। जीवत गुरु कहण नाल नहीं, जीवत गुरु मनण दे नाल हुंदा। ये साडी महानता सी नानकसर दी, बाबा नानक सिंह जी की महानता, जिन्हां ने इन्ना कुछ औखियाइयां झेलियां जदों मर्यादा बनाई सी ना। ਜਿਹੜੇ उस टाइम मौके ਦੇ ਸੀਗੇ ਕੱਟੜ, ਉਹ ਕਹਿੰਦੇ ਹੁਣ ਇਹ ਸਮਝਾਊਗਾ ਵੀ ਮਰਿਆਦਾ ਕੀ ਹੁੰਦੀ ਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਲਮਾਰੀਆਂ ਦੇ ਵਿੱਚ ਬੰਦ ਸੀ, ਪਲੰਘਾਂ ਤੇ ਵਿਰਾਜਮਾਨ ਕਰਾਏ। ਕਹਿੰਦੇ ਹੁਣ ਇਹ ਨਵਾਂ ਉੱਠ ਗਿਆ, ਇਹਨੂੰ ਇਹ ਹੁਣ ਨਵੇਂ ਪਲੰਘ ਲਾਉਣ ਲੱਗ ਗਿਆ, ਇਹਨੂੰ ਬਾਹਲੀ ਮੱਤ ਆ ਗਈ। ਲੋਕਾਂ ਨੇ ਬਹੁਤ ਗੱਲਾਂ ਕੀਤੀਆਂ, ਬਹੁਤ ਔਖੇ ਔਖੇ ਮਰਿਆਦਾ ਬਣਾਈ ਸੀ, ਸੋਹਣੇ ਪਲੰਘਾਂ ਤੇ ਵਿਰਾਜਮਾਨ ਕੀਤੇ। ਜੀਵਤ ਗੁਰੂ ਨੂੰ ਜੀਵਤ ਗੁਰੂ ਬਣਾਇਆ, ਕਹਿਣ ਦਾ ਨਹੀਂ, ਮੰਨਿਆ। ਗੁਰੂ ਤਾੜਨਾ ਵੀ ਕਰਦੇ ਨੇ। ਸੰਤ ਈਸਰ ਸਿੰਘ ਜੀ ਬਹੁਤ ਇਸ ਚੀਜ਼ ਤੇ ਬਹੁਤ ਜ਼ੋਰ ਦਿਆ ਕਰਦੇ ਸੀ, ਬਹੁਤ ਜ਼ੋਰ ਦਿਆ ਕਰਦੇ ਸੀ। ਹੁਕਮਨਾਮੇ ਦਾ ਬਹੁਤ ਧਿਆਨ ਰੱਖਿਆ ਕਰਦੇ ਸੀ ਵੀ ਗੁਰੂ ਸਾਹਿਬ ਜੀ ਹਮੇਸ਼ਾ ਖੁਸ਼ ਰਹਿਣ, ਤਾੜਨਾ ਦੇ ਵਿੱਚ ਨਾ ਆਉਣ। ਬਾਬਾ ਜੀ ਬੇਨਤੀ ਕਰਿਆ ਕਰਦੇ ਸੀ, ਇਹ ਗੁਰੂ ਨਾਨਕ ਪਾਤਸ਼ਾਹ ਜੀ, ਅਸੀਂ ਤਾੜਨਾ ਦੇ ਝੱਲਣ ਦੇ ਲਾਇਕ ਨਹੀਂ ਹੈ, ਅਸੀਂ ਤਾੜਨਾ ਨਹੀਂ ਝੱਲ ਸਕਦੇ, ਸਾਨੂੰ ਆਪਦੇ ਹੁਕਮ ਦੇ ਵਿੱਚ ਹੀ ਰੱਖਿਓ ਤੇ ਹਮੇਸ਼ਾ ਆਪਦੇ ਚਰਨਾਂ ਦੇ ਵਿੱਚ ਜਗ੍ਹਾ ਦਿਓ, ਤਾੜਨਾ ਨਾ ਕਰਿਓ ਕਿਰਪਾ ਕਰਕੇ। ਪਰ ਹੁਣ ਤਾਂ ਸਾਡੇ ਨਾਲ ਫਰਕ ਹੀ ਕੋਈ ਨਹੀਂ ਪੈਂਦਾ। ਉਹ ਕਹਿੰਦੇ ਕੋਈ ਚੱਕਰ ਨਹੀਂ, ਗੱਲ ਕਿਹੜੀ ਆ। ਇਹ ਮਰਿਆਦਾ ਜੋ ਖਾਸੀਅਤ ਸੀ ਨਾਨਕਸਰ ਦੀ, ਜੋ ਨਾਨਕਸਰ ਦੀ ਮਰਿਆਦਾ, ਮੈਂ ਨਾਨਕਸਰ ਦੀ ਮਰਿਆਦਾ ਹੁਣ ਕਹਿ ਰਿਹਾ, ਵੈਸੇ ਕਹਿਣਾ ਨਹੀਂ ਚਾਹੀਦਾ, ਕਿਉਂਕਿ ਜੋ ਮਰਿਆਦਾ ਬਾਬਾ ਨਾਨਕ ਸਿੰਘ ਜੀ ਮਹਾਰਾਜ ਸੀ ਉਹ ਖੂਜ ਪਾਤੀ। ਇੱਕ ਆਮ ਕਮੇਟੀ ਘਰ ਜਿਹੜੇ ਹੁੰਦੇ, ਕਮੇਟੀ ਵਾਲੇ ਗੁਰਦੁਆਰੇ ਹੁੰਦੇ ਨਾ, ਉਹ ਬਣ ਗਿਆ। ਹੁਣ ਠਾਠ ਕਾਹਨੂੰ ਵੀ ਗਰੇਜ ਕਰਦੇ ਆ, ਗੁਰਦੁਆਰਾ ਹੀ ਲਿਖਦੇ ਆ, ਕਾਗਜ਼ਾਂ ਦੇ ਵਿੱਚ ਵੀ ਗੁਰਦੁਆਰਾ ਹੀ ਚੱਲਦਾ, ਠਾਠ ਨਹੀਂ ਲਿਖਦੇ। ਸ਼ਰਮ ਆਉਂਦੀ ਇਹਨਾਂ ਨੂੰ, ਲੋਕ ਸਵਾਲ ਕਰਦੇ ਨਾ ਠਾਠ ਕੀ ਹੁੰਦਾ, ਇਹ ਗੁਰਦੁਆਰੇ ਲਿਖਣ ਲੱਗ ਗਏ। ਸ਼ਰਮ ਆਉਂਦੀ ਆ ਨਾ, ਠਾਠ ਕੀ ਚੀਜ਼ ਆ। ਠਾਠ ਆਲੀਸ਼ਾਨ, ਠਾਠ ਬਾੜਨਾ ਰਹਿੰਦੇ ਆ। ਕੁੱਲੀ ਨੂੰ ਵੀ ਠਾਠ ਕਿਹਾ ਜਾਂਦਾ ਸੀ, ਕਿਉਂਕਿ ਤਵਾ ਨਹੀਂ ਸੀ ਨਾ, ਠਾਠ ਬਾੜ ਦੇ ਨਾਲ ਕੁੱਲੀ ਦੇ ਵਿੱਚ ਵੀ ਰਹਿੰਦੇ ਸੀ। ਉਸ ਕੁੱਲੀ ਦੇ ਵਿੱਚ ਵੀ ਠਾਠ ਬਾੜਨਾ ਰਹਿੰਦੇ ਸੀ, ਵੀ ਠਾਠ ਬਾੜਨਾ ਰਹਿੰਦੇ ਆ ਨਜ਼ਾਰੇ ਨਾਲ, ਇਕੱਲੇ ਇਕਾਂਤ ਵਿੱਚ ਰਹਿੰਦੇ, ਠਾਠ ਨਾਲ ਰਹਿੰਦੇ ਅਸੀਂ। ਇਹ ਸਾਡੇ ਠਾਠ ਨੇ, ਰਾਜ ਮਹਿਲ ਆ ਸਾਡੇ। ਕੁੱਲੀਆਂ ਨੂੰ ਵੀ ਰਾਜ ਮਹਿਲ ਕਿਹਾ ਜਾਂਦਾ ਸੀ ਉਸ ਟਾਈਮ। ਰਾਜ ਦਰਬਾਰੇ ਵਾਲੇ ਲੋਕ ਡੰਡਿਆਂ ਨੂੰ ਸਿੱਧੇ ਪੈ ਪਹਿਲੇ ਮੱਥੇ ਟੇਕ ਦਿੰਦੇ ਸੀ ਉਸ ਕੁੱਲੀ ਦੇ ਫਕੀਰ ਨੂੰ। ਜਿਹੜਾ ਫਕੀਰ ਉਹਦੇ ਕੁੱਲੀ 'ਚ ਰਹਿ ਕੇ ਕੁੱਲੀ ਨੂੰ ਅੱਗ ਲਾ ਦਿੰਦਾ ਸੀ ਨਾ, ਮਿਹਰ ਨਹੀਂ ਕੀਤੀ। ਪਰ ਅੱਜ ਕੱਲ੍ਹ ਦੇ ਬਾਬਿਆਂ ਨੇ ਉਸ ਬਾਬਾ ਨਾਨਕ ਸਿੰਘ ਜੀ ਦਾ ਨਾਮ ਵੇਚਿਆ, ਬੜਾ ਵੇਚਿਆ, ਬੜਾ ਆਪਦੇ ਨਾਮ ਦੇ ਨਾਲ ਜੋੜ ਜੋੜ ਕੇ ਪ੍ਰਚਾਰ ਕੀਤਾ, ਬਹੁਤ ਕੁਛ ਕੀਤਾ। ਬਾਬਾ ਨਾਨਕ ਸਿੰਘ ਜੀ ਦਾ ਨਾਮ ਨਹੀਂ ਵੇਚਿਆ ਤਾਂ ਸ਼ੇਰਪੁਰ ਵਾਲਾ ਨਹੀਂ ਵੇਚਿਆ, ਇਹ ਗੱਲ ਮੈਂ ਕਲੇਮ ਕਰਦਾ। ਦੱਸੋ ਕਿੱਥੇ ਜਾ ਕੇ ਕਿਹਾ ਵੀ ਫਲਾਣਾ ਅਸੀਂ ਬਾਬਾ ਜੀ ਦੀ ਆਹ ਖੂਨ ਚੋਂ ਆ ਜਾਂ ਕੀ ਆ। ਕੋਈ ਹੋਰ ਕਹਿ ਦੇਵੇ ਤਾਂ ਕਹਿ ਦੇਵੇ, ਜਾਂ ਕੋਈ ਜਾਣਕਾਰੀ ਪੁੱਛ ਲਵੇ ਤਾਂ ਦੂਸਰਾ ਜਾਣਕਾਰੀ ਦੇ ਦਿੰਦੇ ਆ, ਨਹੀਂ ਪੁੱਛਦਾ ਤਾਂ ਨਹੀਂ ਦਿੰਦੇ। ਬਾਬਾ ਨਾਨਕ ਸਿੰਘ ਦਾ ਨਾਮ ਨਹੀਂ ਵੇਚਿਆ, ਬਾਬਾ ਨਾਨਕ ਸਿੰਘ ਦਾ ਨਾਮ ਨੂੰ ਮੰਨਿਆ। ਬਾਬਾ ਸ਼ੇਰ ਸਿੰਘ ਜੀ ਨੇ ਬਾਬਾ ਨਾਨਕ ਸਿੰਘ ਜੀ ਤੋਂ ਸੁਣਿਆ, ਸੰਤ ਈਸਰ ਸਿੰਘ ਜੀ ਨੇ ਵੀ ਸੁਣਿਆ, ਬਚਨ ਮੰਨਿਆ। ਬਾਬਾ ਨਾਨਕ ਸਿੰਘ ਜੀ ਨੇ ਬਚਨ ਕੀਤਾ ਸੀ, ਕਹਿੰਦੇ ਸੁਣ ਲਓ ਮੇਰੀ ਗੱਲ, ਬੋਰੀਆਂ ਪਹਿਨ ਲਿਓ, ਕੱਪੜੇ ਪਾਉਣ ਨੂੰ ਵੀ ਨਾ, ਕੱਪੜੇ ਵੀ ਨਾ ਹੋਣ ਤਨ ਦੇ ਢਕਣ ਨੂੰ, ਬੋਰੀਆਂ ਪਹਿਨ ਲਿਓ, ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਮਾਈ ਦਾ ਸਾਧਨ ਨਹੀਂ ਬਣਾਉਣਾ। ਜਾ ਕੇ ਦੇਖੋ ਨਾਨਕਸਰ ਦੇ ਵਿੱਚ ਐਡੇ ਵੱਡੇ ਵੱਡੇ ਫਲੈਕਸਾਂ ਬੋਰਡ ਲੱਗ ਚੁੱਕਿਆ, ਪਾਠ ਬੁੱਕ ਕਰਾਓ ਜੀ, ਕਰਾਓ ਪਾਠ ਬੁੱਕ ਇੱਥੇ। ਇਹ ਗੁਰੂ ਗ੍ਰੰਥ ਸਾਹਿਬ ਕੀ ਚੀਜ਼ ਹੈ? ਤਾਂ ਮਿੰਟ 'ਚ ਬੋਲੀ ਲਾ ਦਿੰਦੇ 10,000 'ਚ ਗੁਰੂ ਗ੍ਰੰਥ ਸਾਹਿਬ ਤੁਹਾਡੇ 3 ਦਿਨ ਤੁਹਾਡੀ ਨਾਂ ਦੀ ਬੋਲੀ ਬੋਲੂ। ਗੁਰੂ ਗ੍ਰੰਥ ਸਾਹਿਬ ਕੀ ਚੀਜ਼ ਆ? ਤੁਸੀਂ ਪੈਸੇ ਤਾਂ ਨਾਲ ਬਣੋ, ਗੁਰੂ ਗ੍ਰੰਥ ਸਾਹਿਬ ਤਾਂ ਮੂਹਰੇ ਅੱਗੇ ਪਿੱਛੇ ਭੱਜਿਆ ਫਿਰੋ, ਇਹਨਾਂ ਦੀ ਬੋਲੀ ਆ, ਇਹ ਸੋਚ ਹੈ ਇਹਨਾਂ ਦੀ। ਗੁਰੂ ਗ੍ਰੰਥ ਸਾਹਿਬ ਜੀ ਤਾਂ ਟੱਚ ਜਾਣਦੇ ਚੀਜ਼ ਕੀ ਹੈ ਇਹ। 2-3 ਦਿਨ ਜਾਂ ਹਫ਼ਤਾ ਸਹਿਜ ਪਾਠ ਰਖਾ ਲਓ, ਫਿਰ ਹਫ਼ਤਾ ਤੁਹਾਡੇ ਨਾਂ ਦੀ ਬੋਲੀ ਬੋਲੂ। ਇਹ ਤਾਂ ਤੇਰੇ ਭਾਣੇ ਸਰਬੱਤ ਦਾ ਭਲਾ, ਤਾਂ ਉਹ ਕਹਿਣ ਦੀਆਂ ਗੱਲਾਂ ਨੇ। ਅਰਦਾਸ ਜ਼ਰੂਰ ਕਹਿੰਦੇ ਆ ਤੇਰੇ ਭਾਣੇ ਸਰਬੱਤ ਦਾ ਭਲਾ, ਗੁਰੂ ਨਾਨਕ ਦੇ ਭਾਣੇ ਅੰਦਰ ਹੈ ਹੀ ਸਰਬੱਤ ਦਾ ਭਲਾ, ਉਹ ਕਿਸੇ ਇੱਕ ਦਾ ਕਿਉਂ ਕਰੂ?
वीडियो मैं छोटी रखनी सी, गुस्से दे विच लंबी लै गया। सो ये भरमाउणा ये लीडरां दा, ये बाबियां दे काम आ। क्योंकि गुरु घर भी अजकल लीडरी दे स्थान ने। इत्थे भी इकट्ठ करना होवे फिर दिहाड़ीए कर लैंदे आ, ते जां ड्योड़ियां ला दिंदे भी इन्नियां ट्रालियां तूं लैके आउणियां, इन्नियां बसां तूं लैके आउणियां, चाहे जिवें मर्जी ले। फिर वो बंदा अनाउंसमेंटां कराउंदा जी फलाणे दिन जाना जी, फलाणे दिन जाना जी, घरों कढ़ लिआउंदे आ। फिर इकट्ठ होना चाहिए बई, इकट्ठ नहीं होया तो बहुत माड़ी हो जानी, बेइज्जती हो जानी। पर हुंदा फिर भी नहीं, हुंदा फिर भी नहीं। 40-50 जणे इकट्ठे हो के इकट्ठ करदे, फिर भी नहीं हुंदा, गल नहीं बनदी। क्यों नहीं बनदी? गुरु ग्रंथ साहिब जी रुस्से होए ने, गुरु नानक रुस्सिया होया। सो मैं को बेनती करनी चाहुंदा, गुरु नानक दे भाणे अंदर सरबत दा भला वा, सरबत दा भला ही करना वा। भुल जाओ भरमाउणा, इन्हां नूं भरमाउणा ही भरमाउणा। तुसीं आप सियाणे हो जाओ, इन्हां दे भरमाउण तो बचो। ये बड़े बड़े बोर्ड लगते हैं ना, ये बाबा नानक सिंह जी के नाम ते लीक लाती इन्होंने। बहुत देखी दा फेसबुक, इंस्टाग्राम, यूट्यूब ते बाबा नानक सिंह जी का नाम लैके माड़ा बोलिया जाता। कारण ये उखड़ आ जिहड़े अजकल दे, इन्हां उखड़ां दे करके बाबा नानक सिंह जी का नाम बदनाम आ। नहीं तो कोई मजाल नहीं सी, बाबा नानक सिंह का नाम लैके कोई गलत शब्द भी बोल सकता हैगा। किसी को कोई भी वहम शेर पर आजो कढ़ देंगे, कोई चक्कर नहीं हैगा। बाबा नानक सिंह के नाम प्रति, बाबा नानक सिंह के जीवन प्रति, बाबा नानक सिंह की मर्यादा प्रति किसी को कोई शंका हो कढ़ लियो आके। बाकी अजकल का ठेका नहीं लिया साडा, ये की करते की नहीं करते, कित्थों मर्यादा ही है पर नहीं पता। ये मर्यादा साडी है ही नहीं। ये मर्यादा सिर्फ पैसे की मर्यादा वा। ये पैसे के पुत्त आ, ये किसी माई बाप के नहीं, एवं तो नहीं कर छड़ी बैठे। पैसे के पुत्त है, माँ प्यो के पुत्त नहीं, पैसे के पुत्त आ। सो मैं बाहलियां गल्लां तो नहीं कर रही। वीडियो तो मैं छोटी रखनी सी, पर थोड़ा जिहा लंबा हो गया काम, कोई चक्कर नहीं। तो तुसीं साथ तुसीं देना, वध तो वध दिओ। वीडियो नूं अग वांगू फैलाया करो। आपां नूं कोई लालच नहीं है, सानूं कोई पैसा नहीं थोड़े तो मंगदे, जां तां होवे साडे अकाउंट नंबर साडे घूम रहे आ, इन्हां अकाउंटां साडे पैसे बहुत कुछ नहीं मंगा थोड़े कोलों। सिर्फ एक यही चीज़ मंगी है भी लालची ना बनो, स्वार्थी ना बनो। गुरु नानक साहब के भाणे अंदर सबदा दा भला ही आ। गुरु नानक साहब ने श्री जपजी साहब के विच ही जो सिद्धां दे नाल वार्तालाप होई सी, उत्थे गल क्लीयर करती सी, हुक्म रजाई चलना नानक लिखिया नाल। उहदे हुक्म दे विच उहदे राजा च रहो, गुरु नानक साहब साडे नाल ही आ। ये कहते भी ना 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 पाठ कराओ, फिर गुरु नानक साहब नाल होणगे ना। पैसे दो, पैसे दो जी, पैसे दो, बस पैसा पैसा पैसा, पाठ पाठ पाठ, होर कुछ नहीं, कोई परमार्थ नहीं। सो हुण दिओ आग्या जी, रसना करो पवित्र आखो, धन गुरु नानक, धन गुरु नानक, धन गुरु नानक।